ਸਤਿ ਸ਼੍ਰੀ ਅਕਾਲ। ਲੋਕਰਾਣਾ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਤੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ, ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਪਿਆਰ ਭਰੀ। ਦੋਸਤੋ, ਕੇਂਦਰ ਸਰਕਾਰ ਤੇ ਗੱਲਬਾਤ ਕਰਾਂਗੇ। ਬਿਜਲੀ ਸੋਧ ਬਿੱਲ ਕਿਸਾਨ ਆਗੂ ਕਹਿੰਦੇ ਕਿ ਵਾਅਦਾ ਖਿਲਾਫੀ ਹੈ। ਤਾਂ ਜਦੋਂ 3 ਖੇਤੀ ਕਾਨੂੰਨ ਵਾਪਸ ਹੋਏ ਸੀ ਉਦੋਂ ਬੀਜੇਪੀ ਸਰਕਾਰ ਕਹਿੰਦੀ ਸੀ ਕਿ ਅਸੀਂ ਇਸ ਬਿੱਲ ਨੂੰ ਨਾਲ ਰੱਦ ਕਰਾਂਗੇ। ਹੁਣ ਕਿਸਾਨ ਆਗੂ ਕਹਿੰਦੇ ਕਿ ਸਾਨੂੰ ਫਿਰ ਮੁੜ ਅੰਦੋਲਨ ਕਰਨਾ ਪੈਣਾ। ਦੂਜੇ ਪਾਸੇ ਇੱਕ ਉਹ ਵੀ ਸਵਾਲ ਪੈਂਦਾ ਹੁੰਦਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵਾਅਦਾ ਖਿਲਾਫੀ, ਆਖਰ ਸਰਕਾਰਾਂ ਆਪਣੀ ਕਹੀ ਹੋਈ ਗੱਲ 'ਤੇ ਖੜ੍ਹਦੀਆਂ ਕਿਉਂ ਨਹੀਂ? ਪਹਿਲੀ ਵਾਰ ਨਹੀਂ ਹੋਇਆ ਜਦੋਂ ਸਰਕਾਰਾਂ ਸੱਤਾ ਦੇ ਵਿੱਚ ਆਉਣ ਲਈ ਤਰਲੋ ਮੱਛੀ ਹੁੰਦੀਆਂ ਨੇ, ਉਦੋਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ, ਚੋਣ ਮੈਨੀਫੈਸਟੋ ਦੇ ਰੂਪ ਦੇ ਵਿੱਚ ਲੋਕਾਂ 'ਚ ਆਪਣੀਆਂ ਸਕੀਮਾਂ ਲੈ ਕੇ ਜਾਂਦੀਆਂ। ਜਦੋਂ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਫਿਰ ਲੋਕਾਂ ਨਾਲ ਵਾਅਦਾ ਖਿਲਾਫੀ ਹੁੰਦੀ ਹੈ। ਹੁਣ ਬਿਜਲੀ ਸੋਧ ਬਿੱਲ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਨੇ। ਕਿਸਾਨ ਆਗੂ, ਬੁੱਧੀਜੀਵੀ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਕਾਰਪੋਰੇਟ ਹਾਊਸ ਨੇ ਉਹਨਾਂ ਦਾ ਰਾਹ ਖੁੱਲ੍ਹ ਜੂਗਾ ਬਿਜਲੀ ਵਾਲੇ ਇਸ ਫੀਲਡ ਦੇ ਵਿੱਚ। ਜੇਕਰ ਕਾਰਪੋਰੇਟ ਹਾਊਸ ਦਾ ਰਾਹ ਖੁੱਲ੍ਹ ਗਿਆ ਬਿਜਲੀ ਵਾਲੇ ਫੀਲਡ ਦੇ ਵਿੱਚ ਤਾਂ ਆਮ ਲੋਕਾਂ ਦਾ ਜੀਣਾ ਬੇਹਾਲ ਹੋ ਜਾਊਗਾ। ਉਹ ਲੋਕ ਜਿਹੜੇ ਪਹਿਲਾਂ ਹੀ ਗਰੀਬੀ ਦੀ ਮਾਰ ਦੇ ਹੇਠ ਨੇ। ਇਸੇ ਮਸਲੇ 'ਤੇ ਭੱਟੀ ਸਾਹਿਬ ਨਾਲ ਡਿਸਕਸ ਕਰਾਂਗੇ। ਭੱਟੀ ਸਾਹਿਬ ਕਹਿੰਦੇ ਕਿ ਬੀਜੇਪੀ ਸਰਕਾਰ ਪਹਿਲਾਂ ਤਾਂ ਕਹਿੰਦੀ ਸੀ 3 ਖੇਤੀ ਕਾਨੂੰਨਾਂ ਦੇ ਨਾਲ ਅਸੀਂ ਜੋ ਆਹ ਬਿੱਲ ਹੈ ਆਹ ਵੀ ਰੱਦ ਕਰਤਾ, ਭਾਵੇਂ ਪਰਾਲੀ ਦਾ ਬਿੱਲ ਸੀ, ਬਿਜਲੀ ਬਿੱਲ ਸੀ, 3 ਖੇਤੀ ਕਾਨੂੰਨ ਸੀ। ਹੁਣ ਅਚਾਨਕ ਇੱਕ ਦਿਨ ਫਿਰ ਕੱਢ ਲਿਆ ਏ, ਪੇਸ਼ ਕਰਤਾ। ਉੱਦਾਂ ਆਪਣਾ ਲੋਕ ਸਭਾ ਦੇ ਵਿੱਚ ਸਟੈਂਡਿੰਗ ਕਮੇਟੀ ਕੋਲ ਭੇਜਤਾ ਉਹਨਾਂ ਨੇ ਬਿੱਲ। ਕਿਸਾਨ ਕਹਿੰਦੇ ਕਿ ਵਾਅਦਾ ਖਿਲਾਫੀ ਹੈ, ਤੁਸੀਂ ਕਹਿ ਕੇ ਮੁੱਕਰੇ ਹੋ। ਭੰਗੂ ਸਾਹਿਬ ਗੱਲ ਇਹ ਹੈ, ਦੇਖੋ ਜਿਹੜਾ ਉਹ ਸਮਝੌਤਾ ਹੋਇਆ ਸੀ ਕਿਸਾਨਾਂ ਦੇ ਨਾਲ ਉਹ ਖੁਸ਼ੀ 'ਚ ਤਾਂ ਨਹੀਂ ਸੀ ਹੋਇਆ। ਔਰ ਉਸ ਟਾਈਮ ਦੀ ਜਿਹੜੀ ਸ਼ਬਦਾਵਲੀ ਵਰਤੀ ਸੀ ਉਹ ਇਹ ਸੀਗੀ ਆਪਣੇ ਪ੍ਰਾਈਮ ਮਿਨਿਸਟਰ ਨੇ ਕਿ ਹਮਾਰੀ ਤਪੱਸਿਆ ਮੇਂ ਹੀ ਕੋਈ ਕਮੀ ਰਹਿ ਗਈ ਹੋਗੀ। ਇਹਦਾ ਮਤਲਬ ਇਹ ਸੀ ਕਿ ਕਨਵਿੰਸਡ ਵੀ ਅਸੀਂ ਠੀਕ ਸੀ, ਅਸੀਂ ਨਹੀਂ ਪਾਏ। ਐਕਚੁਅਲੀ ਜਿਹੜੇ ਪੋਲੀਟੀਸ਼ੀਅਨ ਨੇ ਮੇਰਾ ਖਿਆਲ ਹੈ ਥਰੂ ਆਊਟ ਵਰਲਡ ਹੀ ਕਹਿ ਲਓ, ਪਰ ਇੱਥੇ ਆਪਣੇ ਖਾਸ ਕਰਕੇ ਉਹਨਾਂ ਕੋਲ ਨਾ ਸਪੇਸ ਦਿਨੋਂ ਦਿਨ ਘਟਦਾ ਜਾ ਰਿਹਾ। ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੀਆਂ ਚੀਜ਼ਾਂ ਕਈ ਵਾਰ ਦਿਖਦੀਆਂ ਹੁੰਦੀਆਂ ਉਹਨਾਂ ਦੇ ਪਿੱਛੇ ਬੜਾ ਕੁਛ ਹੁੰਦਾ ਹੈ। ਦੇਖੋ ਦਿਨੋਂ ਦਿਨ ਗਰੀਬ ਅਮੀਰ ਦਾ ਪਾੜਾ ਵੱਧਦਾ ਜਾ ਰਿਹਾ। ਬਿਰਲੇ, ਸੰਘਾਨੀਏ, ਅੰਬਾਨੀ, ਅਡਾਨੀ, ਉਹਨਾਂ 'ਚੋਂ 2 ਪਰਿਵਾਰ ਹੀ ਵਿਕਸਿਤ ਹੋ ਰਹੇ ਨੇ, ਦੂਜੇ ਨਹੀਂ ਹੋ ਰਹੇ। ਕਈ ਫੇਲ ਵੀ ਹੋ ਗਏ ਨੇ ਬੜੀ ਬੁਰੀ ਤਰ੍ਹਾਂ। ਕਰੋੜਾਂ ਦੇ ਕਰੋੜਾਂ ਲੋਕ ਗਰੀਬੀ ਦੀ ਰੇਖਾ ਤੋਂ ਥੱਲੇ ਜਾ ਰਹੇ ਨੇ। ਸਿਆਸਤਦਾਨਾਂ ਦੇ ਕੋਲ ਇਹ ਹੈ ਕਿ ਉਹਨਾਂ ਨੇ ਲੋਕਾਂ ਤੋਂ ਤਾਂ ਵੋਟਾਂ ਲੈਣੀਆਂ ਇਹਨਾਂ ਨੂੰ ਭਰਮਾ ਕੇ। ਸਿਆਸਤਦਾਨਾਂ ਨੇ ਉਹਨਾਂ ਤੋਂ ਪੈਸਾ ਲੈਣਾ ਹੈ, ਕਾਰਪੋਰੇਟ ਹਾਊਸ ਤੋਂ ਉਹਨਾਂ ਦੇ ਸਿਰ 'ਤੇ ਬੈਠਣਾ। ਸੋ ਜਦੋਂ ਤਾਂ ਵੋਟਾਂ ਹੁੰਦੀਆਂ ਨੇ ਉਦੋਂ ਤਾਂ ਉਹ 6 ਮਹੀਨੇ ਦਾ ਪੀਰੀਅਡ ਹੁੰਦਾ ਹੈ, ਜਿਵੇਂ ਘੋੜੇ ਭੱਜਦੇ ਨੇ ਨਾ ਰੇਸ ਦੇ ਵਿੱਚ, ਉਦੋਂ ਖੁੱਲ੍ਹ ਹੁੰਦੀ ਹੈ ਇਹਨਾਂ ਨੂੰ, ਜੋ ਮਰਜ਼ੀ ਕਰ ਲਓ। ਪਰ ਜ਼ਿਆਦਾਤਰ ਇਹ ਉਹਨਾਂ ਦੀ ਗਿਰਫਤ ਦੇ ਵਿੱਚ ਨਜ਼ਰ ਇਹ ਆ ਰਿਹਾ। ਉਹ ਕਿੰਨਾ ਵਾਅਦਾ ਖਿਲਾਫੀ ਐਵੇਂ ਤਾਂ ਕੋਈ ਕਰਦਾ ਨਹੀਂ, ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਜਿਹੜੇ ਕਰੋੜਾਂ ਦਾ ਕਹਿ ਲਓ, ਲੱਖ ਕਰੋੜ ਦਾ ਹੀ ਕਹਿ ਰਹੇ ਲੋਕ ਤਾਂ, ਕਿ ਉਹਨਾਂ ਦੇ ਕਰਜ਼ੇ ਮਾਫ ਹੋ ਰਹੇ ਨੇ। ਮਤਲਬ ਸਾਡੇ ਸਾਹਮਣੇ ਬੈਂਕਿੰਗ ਸਿਸਟਮ ਹੈ ਕਿ ਹਜ਼ਾਰਾਂ ਵਾਲਾ ਜਿਹੜਾ ਕਰਜ਼ਈ ਹੈ ਕਿਸਾਨ ਉਹਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੰਦੀਆਂ ਨੇ ਸਾਡੀਆਂ ਬੈਂਕਾਂ, ਹੋਰ ਲੋਨ ਮਿਲ ਜਾਂਦਾ। ਸੋ ਸਾਡਾ ਜਿਹੜਾ ਸਿਸਟਮ ਹੈ ਇਹ ਢਹਿ ਢੇਰੀ ਹੋ ਰਿਹਾ ਹੈ। ਉਹਦੇ ਵਿੱਚ ਸਿਆਸਤਦਾਨਾਂ ਦੀ ਵਿਚਾਰਿਆਂ ਦੀ ਇਹ ਕਹਿ ਲਓ ਹਾਲਤ ਦਸ਼ਾ ਐਸੀ ਹੈ ਕਿ ਇਹਨਾਂ ਨੂੰ ਡਾਂਸ ਕਰਨਾ ਪੈ ਰਿਹਾ। ਮਤਲਬ ਲਿਖ ਕੇ ਦਿੱਤਾ ਸੀ ਕਿਸਾਨਾਂ ਨੂੰ ਉਸ ਟਾਈਮ ਕਿ ਬਿਜਲੀ ਜਿਹੜਾ ਇਹ ਹੈ ਖ਼ਤਮ ਹੈ। ਹੁਣ ਬਿਨਾਂ ਸੋਚੇ, ਬਿਨਾਂ ਸਮਝੇ, ਬਿਨਾਂ ਕਿਸੇ ਨਾਲ ਸਲਾਹ ਕਰੇ, ਬਿਨਾਂ ਕਿਸੇ ਸਟੇਟ ਦੀ ਰਾਏ ਲਏ, ਬਿਨਾਂ ਜਥੇਬੰਦੀਆਂ ਨੂੰ ਪੁੱਛੇ, ਮਤਲਬ ਹੁਣ ਇਹ ਤੋਂ ਭੱਜ ਰਹੇ ਨੇ। ਇਹਦਾ ਮਤਲਬ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਪਿਛਲੇ ਪਾਸੇ ਕਿ ਉਹ ਇਸ ਫੀਲਡ ਦੇ ਵਿੱਚ ਕਬਜ਼ਾ ਕਰਨਾ ਚਾਹੁੰਦੇ ਨੇ। ਕਾਰਪੋਰੇਟ ਹਾਊਸ ਸਰਕਾਰ ਦੇ ਉੱਪਰੋਂ ਦਾ ਕਬਜ਼ਾ ਹੈਗਾ ਹੀ ਹੈ। ਉਹ ਸਿਰਫ ਜਿਹੜਾ ਥੋੜ੍ਹਾ ਬਹੁਤ ਪਰਦਾ ਸਰਕਾਰ ਨੇ ਰੱਖਿਆ ਹੋਇਆ ਸੀ ਉਹ ਕੁੰਡ ਚੱਕਿਆ ਜਾ ਰਿਹਾ ਹੈ। ਪਰ ਲੌਂਗ ਰੇਂਜ ਦੇ ਵਿੱਚ ਬੜੀ ਮਾੜੀ ਗੱਲ ਹੋ ਰਹੀ ਹੈ, ਸਿਆਸੀ ਤੌਰ 'ਤੇ ਵੀ, ਆਰਥਿਕ ਤੌਰ 'ਤੇ ਵੀ। ਇਹ ਮੇਰਾ ਖਿਆਲ ਹੈ ਲੰਬੇ ਸਮੇਂ ਦੇ ਵਿੱਚ ਜਿਹੜੇ ਕਾਰਪੋਰੇਟ ਹਾਊਸ ਨੇ ਉਹਨਾਂ ਲਈ ਵੀ ਖਤਰਨਾਕ ਸਾਬਤ ਹੋਊਗੀ। ਕਦੇ ਵੀ ਕਾਰਪੋਰੇਟ ਹਾਊਸ ਇੰਨੇ ਨੰਗੇ ਨਹੀਂ ਲੋਕਾਂ ਦੇ ਸਾਹਮਣੇ ਹੋਏ ਸੀ, ਹੁਣ ਹੋ ਰਹੇ ਨੇ। ਸੋ ਇਹ ਮੇਰਾ ਖਿਆਲ ਇਹ ਹੈ ਕੋਈ ਇਹ ਬਹੁਤ ਮਾੜਾ ਸ਼ਗਨ ਹੈ ਸਾਡੇ ਦੇਸ਼ ਲਈ। ਡਾਕਟਰ ਸਾਹਿਬ, ਵਿਰੋਧ ਦੀ ਗੱਲ ਚੱਲਦੀ ਹੈ। ਕਿਸਾਨ ਆਗੂ ਕਹਿੰਦੇ ਕਿ ਸਾਡੇ ਕੋਲ ਤਾਂ ਇੱਕ ਸੰਘਰਸ਼ ਦਾ ਰਾਹ ਹੀ ਬਚਦਾ, ਸੰਘਰਸ਼ ਤੋਂ ਰਾਹ ਤੋਂ ਬਿਨਾਂ ਲੋਕਾਂ ਕੋਲ ਕੋਈ ਰਾਹ ਨਹੀਂ ਹੁੰਦਾ। ਹੁਣ ਫਿਰ ਪ੍ਰੋਟੈਸਟ ਹੋਣਗੇ
ਪ੍ਰੋਟੈਸਟ ਸ਼ੁਰੂ ਵੀ ਹੋ ਗਏ, ਤੁਸੀਂ ਦੇਖਿਆ ਹੋਵੇਗਾ ਪਾਰਲੀਮੈਂਟ ਦੇ ਵਿੱਚ ਵੀ ਹੰਗਾਮਾ ਹੋਇਆ। ਕੀ ਮਤਲਬ ਮਾਹੌਲ ਉੱਦਾਂ ਦਾ ਹੀ ਬਣੂਗਾ, ਵਾਪਸ ਲੈਣ ਲਈ ਦਬਾਅ ਬਣੂਗਾ, ਕਿਸ ਤਰ੍ਹਾਂ ਦਾ ਹੁਣ ਮਾਹੌਲ ਰਹੂਗਾ? ਕਿਉਂਕਿ ਲੋਕਾਂ ਦੇ ਵਿੱਚ ਆ ਵੀ ਇੱਕ ਸ਼ੰਕੇ ਖੜੇ ਹੋ ਰਹੇ ਨੇ ਕਿ ਵੀ ਹੁਣ ਫਿਰ ਆਖਰ ਲੜਾਈ ਫਿਰ ਉੱਦਾਂ ਹੀ ਲੜੀ ਜਾਊਗੀ। ਦੇਖੋ, ਕਿਸਾਨਾਂ ਦਾ ਤਾਂ ਪੰਗੂ ਸਾਹਿਬ ਇਹ ਹੈ ਵੀ ਕਿਸਾਨ ਅਜੇ ਫਟੇ ਹੋਈ ਹੈ ਲੀਡਰਸ਼ਿਪ, ਸਰਕਾਰ ਕੈਲਕੂਲੇਟ ਕਰ ਰਹੀ ਹੈ। ਪਿਛਲੇ ਦਿਨੀ ਮਹਿੰਗਾਈ ਦੇ ਮਾਮਲੇ ਦੇ ਉੱਪਰ ਕਾਂਗਰਸ ਨੇ ਪ੍ਰੋਟੈਸਟ ਕੀਤਾ, ਜਿਸ ਤਰੀਕੇ ਨਾਲ ਉਹਨਾਂ ਨੇ ਦਬਾਇਆ। ਸੋ ਅਪੋਜੀਸ਼ਨ ਕੋਈ ਖਾਸ ਵਿਜ਼ੀਬਲ ਦਿਖਦੀ ਨਹੀਂ ਹੈ ਸਿਆਸੀ। ਕਿਸਾਨ ਨੇ ਜਿਹੜੇ ਉਹ ਕਈ ਧੜਿਆਂ ਦੇ ਵਿੱਚ ਵੰਡੇ ਹੋਏ ਨੇ। ਸਰਕਾਰ ਇਸੇ ਦੇ ਉੱਪਰ ਕੈਲਕੂਲੇਟ ਕਰਕੇ ਇਹ ਕਰ ਰਹੀ ਹੈ ਚੀਜ਼। ਪਰ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਸੰਘਰਸ਼ ਵੀ ਹੋਊਗਾ। ਸੰਘਰਸ਼ ਪਹਿਲਾਂ ਨਾਲੋਂ ਮੈਨੂੰ ਡਰ ਇਹ ਲੱਗ ਰਿਹਾ ਕਿ ਖਤਰਨਾਕ ਵੀ ਹੋਊਗਾ, ਕਿਉਂਕਿ ਲੋਕਾਂ ਦੀ ਜਿਹੜੀ ਬੇਚੈਨੀ ਹੈ ਨਾ ਉਹ ਕਿਤੇ ਕਿਤੇ ਦਿਖਦੀ ਹੈ। ਆਪਾਂ ਜਿਹੜਾ ਸਮਝਣ ਵਾਲਾ ਇਸ਼ਾਰਾ ਸਮਝ ਸਕਦਾ ਬੰਦਾ, ਉਹਨੂੰ ਤਾਂ ਸਮਝ ਆ ਜਾਂਦੀ ਹੈ। ਅਗਨੀਵੀਰ ਦਾ ਸੰਘਰਸ਼ ਦੇਖਿਆ ਤੁਸੀਂ ਕਿੱਦਾਂ ਦਾ ਹੋਇਆ ਸੀ? ਮਤਲਬ ਇੱਕਦਮ ਵਾਇਲੈਂਸ ਸਟਾਰਟ ਹੋ ਗਈ ਸੀਗੀ। ਅੱਛਾ, ਹੋਰ ਥਾਵਾਂ 'ਤੇ ਤਾਂ ਬੁਲਡੋਜ਼ਰ ਫਿਰ ਗਏ, ਮਤਲਬ ਜਿਹੜੇ ਅਗਨੀਵੀਰ ਦੇ ਲੀਡਰ ਸੀ ਉਹਨਾਂ ਦਾ ਪਤਾ ਲੱਗਿਆ ਕੁਛ ਕੀ ਹੋਇਆ। ਸਰਕਾਰ ਦੀ ਸਮਰੱਥਾ ਨਹੀਂ ਹੈ ਸੰਘਰਸ਼ ਨੂੰ ਫੇਸ ਕਰਨ ਜੋਗੀ। ਸੋ ਇਹ ਜਿਹੜੇ ਖਿੰਡੇ ਖੱਪਰੇ ਨੇ ਕਿਸਾਨ ਜਿਹੜੇ ਇਹਨਾਂ ਨੂੰ ਨਜ਼ਰ ਆ ਰਹੇ ਨੇ, ਇਹ ਚੀਜ਼ ਇਹਨਾਂ ਨੂੰ ਦੁਬਾਰਾ ਇਕੱਠੇ ਕਰ ਦੂਗੀ। ਪਰ ਉਹ ਦੁਬਾਰਾ ਇਕੱਠੇ ਜਦੋਂ ਹੋ ਕੇ ਚੱਲਣਗੇ ਤਾਂ ਮੇਰਾ ਖਿਆਲ ਹੈ ਪਹਿਲਾਂ ਨਾਲੋਂ ਜ਼ਿਆਦਾ ਮੈਚਿਓਰਟੀ ਨਾਲ ਚੱਲਣਗੇ। ਉਹ ਸੰਘਰਸ਼ ਦੀ ਜਿਹੜੀ ਕੁਆਲਿਟੀ ਹੈ ਪਹਿਲਾਂ ਨਾਲੋਂ ਬਦਲੀ ਹੋਈ ਹੋਊਗੀ। ਪਰ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਹਿੰਸਾ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਜੇ ਹਿੰਸਾ ਕਰਨਗੇ ਫਿਰ ਸਰਕਾਰ ਕਾਮਯਾਬ ਹੋਊਗੀ। ਡਾਕਟਰ ਸਾਹਿਬ, ਸੁਭਾਅ ਕਿੱਦਾਂ ਦਾ ਹੁੰਦਾ ਸਰਕਾਰਾਂ ਦਾ? ਜਿਵੇਂ ਕਿਸਾਨ ਆਗੂ ਵੀ ਕਹਿੰਦੇ ਨੇ ਕਿ ਇਹ ਤਾਂ ਵਾਅਦਾ ਖਿਲਾਫੀ ਹੋ ਗਈ ਸਾਡੇ ਨਾਲ, ਤੁਸੀਂ ਵਾਅਦਾ ਕਰਕੇ ਮੁੱਕਰ ਗਏ, ਤੁਸੀਂ ਕਹਿੰਦੇ ਸੀ ਕਿ ਅਸੀਂ ਰੱਦ ਕਰਤਾ ਸਾਰਾ ਕੁਝ, ਪਰ ਤੁਸੀਂ ਫਿਰ ਸੰਸਦ ਦੇ ਵਿੱਚ ਲੈ ਕੇ ਆ ਗਏ। ਮਤਲਬ ਕਿਹੜੀ ਪਿੱਛੇ ਉਹ ਸੋਚ ਹੁੰਦੀ ਹੈ ਜਿਹੜੀ ਕੰਮ ਕਰਦੀ ਹੁੰਦੀ ਹੈ? ਕਾਰਪੋਰੇਟ ਹਾਊਸ ਹੁੰਦੇ ਨੇ ਜਾਂ ਹੋਰ ਤਰ੍ਹਾਂ ਦੀ ਥਿੰਕਿੰਗ ਹੁੰਦੀ ਹੈ ਜਿਹੜੀ ਪੋਲੀਟੀਕਲ ਤੌਰ 'ਤੇ ਵਰਕ ਕਰਦੀ ਹੈ? ਦਰਅਸਲ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਮੇਰਾ ਖਿਆਲ ਹੈ ਮੈਚਿਓਰਟੀ ਨਹੀਂ ਹੈ। ਦੇਖੋ, ਬਹੁਤ ਕਿਸਮ ਦੀਆਂ ਪੋਲੀਟੀਕਲ ਲੀਡਰਸ਼ਿਪ ਹੁੰਦਾ ਹੈ ਕਿ ਜੋ ਕਹਿ ਇੱਕ ਵਾਰ ਜਿਹੜਾ ਲਿਖਤੀ ਤੌਰ 'ਤੇ ਕਹਿ ਦਿੱਤਾ ਹੈ ਤਾਂ ਕਮ ਸੇ ਕਮ ਉਹਦੇ ਉੱਪਰ ਖੜਨਾ ਚਾਹੀਦਾ ਹੈ। ਇਹ ਇੱਕ ਬੜਾ ਵੱਡੀ ਗੱਲ ਹੁੰਦੀ ਹੈ। ਸਮਾਂ ਐਸਾ ਆ ਗਿਆ ਹੈ, IT ਸੈੱਲ ਰਾਹੀਂ ਤੁਸੀਂ ਜਿਹੜੀ ਸੱਚ ਨੂੰ ਝੂਠ ਬਣਾ ਸਕਦੇ ਹੋ, ਝੂਠ ਨੂੰ ਸੱਚ ਬਣਾ ਸਕਦੇ ਹੋ। ਇਸ ਕਰਕੇ ਬੜਾ ਇਹਨਾਂ ਲੋਕਾਂ ਨੂੰ ਲੱਗਣ ਲੱਗਿਆ, ਸਾਰੇ ਲੀਡਰਾਂ ਨੂੰ, ਸਾਰੇ ਸਿਆਸੀ ਲੀਡਰਾਂ ਨੂੰ ਲੱਗਦਾ ਕਿ ਅਸੀਂ ਜੋ ਮਰਜ਼ੀ ਕਹਿ ਦਈਏ ਅਤੇ ਜੋ ਮਰਜ਼ੀ ਕਰ ਦਈਏ, ਕੋਈ ਪੁੱਛਣ ਵਾਲਾ ਨਹੀਂ ਹੈ। ਸੋ ਇਹ ਸਮਾਂ ਜਿਵੇਂ ਉਹ ਬਾਬੇ ਨਾਨਕ ਦੀ ਕਥਾ ਸੁਣਾਉਂਦੇ ਹੁੰਦੇ ਨਾ ਵੀ ਕਲਯੁੱਗ ਦਾ ਸਮਾਂ ਹੈ। ਉਹ ਕਿਤੇ ਇੱਕ ਵਾਰ ਮਰਦਾਨੇ ਨੇ ਪੁੱਛਿਆ ਵੀ ਬਾਬਾ ਜੀ ਕਲਯੁੱਗ ਦੇ ਵਿੱਚ ਕੀ ਹੋਊਗਾ? ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਮਰਦਾਨਿਆਂ ਕਲਯੁੱਗ ਦੇ ਵਿੱਚ ਸਾਰੇ ਹੀ ਠੱਗ ਹੋਣਗੇ। ਉਹ ਕਹਿੰਦਾ ਫਿਰ ਬਾਬਾ ਜੀ ਠੱਗਣਗੇ ਕਿਹਨੂੰ? ਉਹ ਕਹਿੰਦਾ ਹਰੇਕ ਨੂੰ ਲੱਗੂਗਾ ਕਿ ਮੈਂ ਦੂਜੇ ਨੂੰ ਠੱਗ ਰਿਹਾ। ਇਹ ਅਸੀਂ ਉਹ ਦਸ਼ਾ ਦੇ ਵਿੱਚ ਹਾਂ ਕਿ ਸਰਕਾਰ ਨੂੰ ਲੱਗਦਾ ਉਹ ਲੋਕਾਂ ਨੂੰ ਠੱਗ ਰਹੀ ਹੈ। ਲੋਕ ਵੋਟਾਂ ਦੇ ਵਿੱਚ ਉਹਨਾਂ ਤੋਂ ਫੈਸਿਲਿਟੀਜ਼ ਲੈ ਕੇ ਛੋਟੇ ਛੋਟੇ ਕੰਮ ਕਰਾ ਕੇ ਲੋਕ ਸਮਝਦੇ ਨੇ ਵੀ ਅਸੀਂ ਉਹਨੂੰ ਠੱਗ ਲਿਆ। ਅਫਸਰ ਇੱਕ ਦੂਜੇ ਨੂੰ ਮਤਲਬ ਉੱਲੂ ਬਣਾਉਣ ਲੱਗੇ ਹੋਏ ਨੇ। IT ਸੈੱਲ ਖੋਲ੍ਹ ਕੇ ਝੂਠ ਬੋਲ ਕੇ ਮਤਲਬ ਸਰਕਾਰਾਂ ਨੂੰ ਲੱਗਦਾ ਵੀ ਸਾਡੀ ਬਹੁਤ ਜ਼ਿਆਦਾ ਮਹਿਮਾ ਹੋ ਰਹੀ ਹੈ। ਜਿਹੜੇ ਮਹਿਮਾ ਕਰਨ ਵਾਲੇ ਨੇ ਉਹ ਉਹਨਾਂ ਦੇ ਵੀ ਪਿਓ ਨੇ ਅੱਗਿਓਂ, ਉਹ ਪੈਸੇ ਲੈ ਕੇ ਹਰ ਚੀਜ਼ ਕਰ ਰਹੇ ਨੇ। ਜਿਹੜੀ ਬਦਨਾਮੀ ਵੀ ਪੈਸੇ ਲੈ ਕੇ ਰੁਕਦੀ ਹੈ, ਮਸ਼ਹੂਰੀ ਵੀ ਪੈਸੇ ਲੈ ਕੇ ਕਰੀ ਜਾ ਰਹੀ ਹੈ। ਸੋ ਸਮਾਂ ਨਾ ਇਹ ਜਿਹਨੂੰ ਕਹਿੰਦੇ ਲੋਸ ਆਫ ਕ੍ਰੈਡੀਬਿਲਿਟੀ, ਮਤਲਬ ਲੋਸ ਆਫ ਕ੍ਰੈਡੀਬਿਲਿਟੀ ਜੇ ਫਿਰ ਠੀਕ ਹੁੰਦਾ ਹੈ। ਹੁਣ ਤਾਂ ਕਿਸੇ ਨੂੰ ਕ੍ਰੈਡੀਬਿਲਿਟੀ ਦੀ ਲੋੜ ਹੀ ਨਹੀਂ ਲੱਗਦੀ। ਹੁਣ ਤਾਂ ਇੱਦਾਂ ਦਾ ਸਮਾਂ ਆ ਗਿਆ, ਅਗਲਾ ਕਹਿੰਦਾ ਜੋ ਮਰਜ਼ੀ ਕਹਿ ਦਿਓ, ਉਹ ਤੋਂ ਬਾਅਦ ਕੋਈ ਹੋਰ ਉਹ ਤੋਂ ਵੱਡਾ ਝੂਠ ਬੋਲ ਦਿਓ, ਕੋਈ ਹੋਰ ਉਹੋ ਜਿਹਾ ਕਮਲ ਕੁੱਟ ਦਿਓ, ਉਹਦੇ ਨਾਲ ਆਪੇ ਢਕੀ ਜਾਊਗੀ ਉਹ ਗੱਲ। ਲੋਕਾਂ ਨੂੰ ਇਗਨੋਰ ਕਰਕੇ ਡਾਕਟਰ ਸਾਹਿਬ ਇੱਦਾਂ ਲੋਕਾਂ ਦੇ ਜੋ ਲੋਕ ਵਿਰੋਧੀ ਕਾਨੂੰਨ ਨੇ ਕਦੋਂ ਤੱਕ ਲੈ ਕੇ ਆਉਣਗੀਆਂ ਸਰਕਾਰਾਂ? ਦੇਖੋ, ਸਰਕਾਰਾਂ ਦਾ ਮੇਰਾ ਖਿਆਲ ਇਹ ਹੈ ਕਿ ਜਿੰਨਾ ਪ੍ਰੈਸ਼ਰ ਹੈ ਨਾ ਇਹ ਇਹਨਾਂ ਕੰਮਾਂ 'ਤੇ ਲੱਗੇ ਰਹਿਣਗੇ। MSP 'ਤੇ ਵੀ ਐਵੇਂ ਹੋਇਆ, ਕੇਸ ਵੀ ਵਾਪਸ ਨਹੀਂ ਹੋਏ ਅਜੇ। ਪਰ ਇਹ ਹੈ ਵੀ ਸਿਸਟਮ ਸਾਡਾ, ਮੈਨੂੰ ਇਹ ਲੱਗਦਾ ਜੇ ਪੋਲੀਟੀਕਲ ਐਨਾਲਿਸਿਸ ਕਰੀਏ ਤਾਂ ਸਿਸਟਮ ਢਹਿ ਢੇਰੀ ਹੋ ਰਿਹਾ ਹੈ। ਸਾਰੀਆਂ ਸੰਸਥਾਵਾਂ, ਮੀਡੀਆ ਦੀ ਕੋਈ ਕ੍ਰੈਡੀਬਿਲਿਟੀ ਨਹੀਂ। ਜੁਡੀਸ਼ਰੀ ਹੈ ਜਿਹੜੀ, ਉਹਦੇ 'ਤੇ ਕੁਐਸਚਨ ਮਾਰਕ ਬੜੇ ਬੜੇ ਸੀਨੀਅਰ ਜੱਜ ਕਰ ਰਹੇ ਨੇ, ਵਕੀਲ ਕਰ ਰਹੇ ਨੇ, ਜਿਹੜੇ ਪਹਿਲਾਂ ਕਦੇ ਨਹੀਂ ਸੀ ਹੋਏ। ਇਸੇ ਤਰੀਕੇ ਦੇ ਨਾਲ ਇਹ ਹੈ ਕਿ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਦੇ ਉੱਪਰ ਉਹਨਾਂ ਦੇ ਵਿੱਚ ਕੋਈ ਐਸਾ ਕੱਦਾਵਰ ਬੰਦਾ ਨਹੀਂ ਹੈ ਜਿਹੜਾ ਕੋਈ ਸ਼ਬਦ ਬੋਲ ਦੇਵੇ ਅਤੇ ਲੋਕ ਸੁਣਨ। ਧੱਕੇ ਨਾਲ ਉਹਨਾਂ ਨੂੰ ਕੁੱਟ ਕੇ ਮਾਰ ਕੇ ਜੋ ਮਰਜ਼ੀ ਅਸੀਂ ਕਰ ਲਈਏ। ਸੋ ਇਸ ਕਰਕੇ ਸਾਡਾ ਪੋਲੀਟੀਕਲ ਸਿਸਟਮ ਜਿਹੜਾ ਹੈ ਉਹ ਡਾਵਾਂਡੋਲ ਹੋ ਰਿਹਾ, ਉਹਦੀਆਂ ਚੂੜਾਂ ਨੇ ਚਰਮਰਾ ਰਹੀਆਂ ਨੇ। ਸੋ ਜੇ ਇਹ ਜਿਹੇ ਸਮੇਂ 'ਚ ਕੋਈ ਐਜੀਟੇਸ਼ਨ ਜਾਂ ਵੱਡਾ ਮਸਲਾ ਉੱਠਦਾ ਹੈ ਤਾਂ ਉਹ ਖਤਰਨਾਕ ਹੋਊਗਾ। ਸਭ ਇੱਕ ਆਹ ਵੀ ਸਵਾਲ ਖੜਾ ਹੁੰਦਾ ਕਿ ਆਪਾਂ ਕਹਿੰਦੇ ਹਾਂ ਵੀ ਲੋਕ ਸੰਘਰਸ਼ ਕਰਨ ਆਪਣੇ ਹੱਕਾਂ ਦੇ ਲਈ, ਆਖਰ ਵੀ ਫਿਰ
ਲੋਕ ਸਦੀਆਂ ਤੱਕ ਸੰਘਰਸ਼ ਹੀ ਕਰਦੇ ਰਹਿਣਗੇ? ਇਹੋ ਜਿਹਾ ਕੋਈ ਸਿਸਟਮ ਨਹੀਂ ਆਊਗਾ ਕਿ ਸਟੇਬਲ ਹੋ ਜਾਊਗਾ ਸਾਰਾ ਕੁਝ, ਬਸ ਸੰਘਰਸ਼ ਹੀ ਕਰਦੇ ਰਹਿਣਗੇ ਲੋਕ? ਸਰਕਾਰਾਂ ਬਣਨਗੀਆਂ, ਉੱਪਰ ਸਰਕਾਰਾਂ ਧੱਕੇ ਦੇ ਨਾਲ ਕਾਨੂੰਨ ਥੋਪਣਗੀਆਂ ਲੋਕਾਂ ਦੇ ਉੱਤੇ, ਲੋਕ ਮੁੜ ਸੜਕਾਂ 'ਤੇ ਆਉਣਗੇ, ਇੱਦਾਂ ਹੀ ਚੱਲਦਾ ਰਹੂਗਾ? ਇਸ ਤਰ੍ਹਾਂ ਤਾਂ ਨਹੀਂ ਚੱਲਦਾ, ਪਰ ਇਹ ਹੈ ਕਿ ਦੇਖੋ ਆਪਣੇ ਸਾਹਮਣੇ ਨੇ, ਮੈਂ ਦੇਖ ਰਿਹਾ ਸਾਡੇ ਟੀਚਰ ਨੇ ਜਿਹੜੇ ਉਹ ਟੈਂਕੀਆਂ 'ਤੇ ਚੜ੍ਹ ਜਾਂਦੇ ਨੇ, ਲਾਠੀ ਚਾਰਜ ਹੋ ਜਾਂਦਾ ਹੈ। ਪਹਿਲਾਂ 3 ਪਾਰਟੀਆਂ ਦੂਜੀਆਂ ਸੀ, ਹੁਣ ਇਹ ਚੌਥੀ ਪਾਰਟੀ ਨਾਲ ਵੀ ਉਹੀ ਕੁਝ ਹੋ ਰਿਹਾ ਹੈ। ਟਾਈਮ ਲੈਣ ਲਈ ਮਤਲਬ ਉਹਨਾਂ ਨੂੰ ਸੜਕਾਂ ਦੇ ਉੱਪਰ ਉਹਨਾਂ ਦਾ ਖੂਨ ਡੁੱਲਦਾ, ਉਹਨਾਂ ਦੇ ਲਾਠੀਆਂ ਵੱਜਦੀਆਂ ਨੇ। ਇਹ ਜਿਹੜਾ ਸਾਡਾ ਟ੍ਰੇਡ ਯੂਨੀਅਨਿਜ਼ਮ ਹੈ ਨਾ, ਇਹ ਮੇਰਾ ਖਿਆਲ ਹੈ ਇਹਦਾ ਰੰਗ ਢੰਗ ਬਦਲਣਾ ਪਊਗਾ। ਇਹ ਹੁਣ ਪੋਲੀਟੀਕਲ ਸਿਸਟਮ ਜਿਹੜਾ ਹੈ, ਪਹਿਲਾਂ ਇਹ ਹੁੰਦਾ ਸੀ ਵੀ ਪੋਲੀਟੀਕਲ ਸਿਸਟਮ 'ਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਤੋਂ ਮੰਗਾਂ ਕਰੋ, ਕੁਝ ਮੰਨ ਲੈਣਗੇ ਕੁਝ ਨਹੀਂ ਮੰਨਣਗੇ। ਇਹ ਮੇਰਾ ਖਿਆਲ ਹੈ ਢਾਂਚਾ ਹੁਣ ਬਦਲਣ ਵਾਲਾ ਹੋ ਗਿਆ ਔਰ ਇਹ ਢਹੂਗਾ। ਇਹਨੂੰ ਕੋਈ ਸਿਆਸੀ ਪਾਰਟੀ ਹੋਰ ਨਵੀਂ ਉੱਠ ਖੜੇ, ਲੋਕ ਨਵੀਂ ਕਿਸਮ ਦਾ ਇਨੀਸ਼ੀਏਟਿਵ ਲੈ ਲੈਣ, ਪਰ ਇਹ ਚੱਲਣਾ ਨਹੀਂ ਹੈ। ਜਿਹੜੀ ਸਾਡੀ ਮਸ਼ੀਨਰੀ ਹੈ ਸਿਆਸੀ ਵੀ ਅਤੇ ਦੂਜੀ ਵੀ, ਇਹ ਮਸ਼ੀਨਰੀ ਹੁਣ ਜਿਹਦੇ ਲਫ਼ਜ਼ ਵਰਤਿਆ ਜਾਂਦਾ ਡਿਸਫੰਕਸ਼ਨਲ ਹੋ ਗਈ ਹੈ। ਜਿਸ ਕੰਮ ਲਈ ਬਣੀ ਹੋਈ ਸੀ ਇਹ ਉਹਦੇ ਤੋਂ ਪੁੱਠੀ ਚੱਲ ਰਹੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ, ਉਹ ਇੱਕ ਹਿੱਸਾ ਹੈ ਕਿ ਸੰਘਰਸ਼ ਕਰੋ, ਇਕੱਠ ਕਰ ਲਓ, ਬਹਿ ਜਾਓ, ਆਪਣਾ ਸਬਰ ਦਿਖਾਈ ਜਾਓ, ਪਰ ਇੰਨੇ ਨਾਲ ਕੰਮ ਨਹੀਂ ਚੱਲਣਾ। ਲੋਕ ਇਹਦੇ ਤੋਂ ਵੀ ਅੱਗੇ ਬੇਚੈਨ ਹੋ ਰਹੇ ਨੇ। ਅੱਗੇ ਦੀ ਲੜਾਈ ਇਹ ਵੀ ਸਰਕਾਰਾਂ ਬਦਲ ਜਾਂਦੀਆਂ ਨੇ, ਸਰਕਾਰਾਂ ਸੈੱਟ ਹੁੰਦੀਆਂ ਹੁਣ ਤਾਂ ਸਿਸਟਮ ਬਦਲ ਜਾਂਦਾ, ਹੋਰ ਕੀ। ਬਟ ਜਿਹੜੇ ਸਾਰੀ ਦੁਨੀਆ ਦੇ ਮੁਲਕਾਂ 'ਚ ਆਪਾਂ ਦੇਖਿਆ ਹੀ ਕਿੱਡੇ ਸ਼ਾਹ ਆਫ ਇਰਾਨ ਹੈ ਜਿਹੜਾ ਕਿੰਨੇ ਕਹਿੰਦੇ ਨੇ 1200 ਸਾਲ ਤੋਂ ਮਤਲਬ ਇੱਕੋ ਹੀ ਪਰਿਵਾਰ ਰਾਜ ਕਰ ਰਿਹਾ ਸੀ ਇੰਨੀਆਂ ਸਦੀਆਂ ਤੋਂ, ਅਤੇ ਉਹ ਪਟਕਾ ਕੇ ਮਾਰਿਆ ਹਫ਼ਤੇ ਦੇ ਵਿੱਚ ਅਗਲਿਆਂ ਨੇ। ਉਦੋਂ ਫਿਰ ਜਦੋਂ ਹਿਲਜੁਲ ਹੁੰਦੀ ਹੈ ਨਾ, ਉਹ ਫਿਰ ਪੁੱਛ ਕੇ ਥੋੜ੍ਹਾ ਹੋਣੀ ਹੁੰਦੀ ਹੈ ਹਿਲਜੁਲ। ਹੋਰ ਵੀ ਗੱਲ ਹੈ ਕਿ ਜਿਹੜੀ ਬੀਜੇਪੀ ਦੀ ਸੈਂਟਰ ਦੀ ਇਕਾਈ ਹੈ, ਮੇਨ ਜਿਹੜੇ 10-15 ਫੇਸ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਪਾਵਰ ਹੈ, ਨਰਿੰਦਰ ਮੋਦੀ ਅਮਿਤ ਸ਼ਾਹ ਤੋਂ ਬਾਅਦ, ਕਹਿੰਦੇ ਕਿ ਉਹਨਾਂ ਦੇ ਵਿੱਚ ਵੀ ਸਭ ਆਪਸੀ ਠੀਕ ਨਹੀਂ ਹੈਗਾ, ਮਤਭੇਦ ਨੇ। ਉਹ ਤਾਂ ਭੰਗੂ ਸਾਹਿਬ ਹੁੰਦਾ ਹੀ ਨਹੀਂ ਕਦੇ। ਇਹ ਲੱਗਦਾ ਵੀ ਹੋਵੇ ਨਾ ਵੀ ਠੀਕ ਹੈ, ਤਾਂ ਵੀ ਨਹੀਂ ਹੁੰਦਾ। ਇੰਦਰਾ ਗਾਂਧੀ ਦੇ ਟਾਈਮ ਦੀ ਤੁਸੀਂ ਗੱਲ ਦੇਖੋ ਕਿ ਦਿਨਾਂ 'ਚ ਹੀ ਉਹਦੇ ਵਿੱਚੋਂ ਜਦੋਂ ਐਮਰਜੈਂਸੀ 'ਚ ਇਲੈਕਸ਼ਨ ਡਿਕਲੇਅਰਾਂ ਕਰੀਆਂ, ਭਜਨ ਲਾਲ ਕੋਈ ਹੋਰ ਸਾਰੇ ਕਿਧਰੇ ਨਿਕਲ ਗਏ ਸੀ। ਸੋ ਦੇਖੋ ਪੋਲੀਟੀਕਲ ਰਿਸ਼ਤਾ ਹੈ ਨਾ ਜਿਹੜਾ, ਉਹਦੀ ਸਮਝਣ ਵਾਲੀ ਗੱਲ ਹੁੰਦੀ ਹੈ ਕਿ ਉਹ ਹਿਊਮਨ ਰਿਸ਼ਤਾ ਨਹੀਂ ਹੁੰਦਾ ਇੱਕ ਦੂਜੇ ਨਾਲ। ਉਹਨੂੰ ਕਹਿੰਦੇ ਨੇ ਮਿਊਚੁਅਲੀ ਐਕਸਪਲੋਇਟੇਟਿਵ ਰਿਲੇਸ਼ਨਸ਼ਿਪ। ਮੈਂ ਤੁਹਾਨੂੰ ਵਰਤ ਰਿਹਾ, ਤੁਸੀਂ ਮੈਨੂੰ ਵਰਤ ਰਹੇ ਹੋ, ਇੱਕ ਦੂਜੇ ਨੂੰ ਵਰਤਣ ਦਾ ਰਿਸ਼ਤਾ ਹੁੰਦਾ ਉਹ ਜਿਹਦੇ ਹਿੱਤ ਥੋੜ੍ਹੇ ਜਿਹੇ ਵੀ ਟਕਰਾਉਂਦੇ ਨੇ, ਕਿਸੇ ਨੂੰ ਲੱਗਦਾ ਕਿ ਮੇਰੇ ਹਿੱਤ ਪੂਰੇ ਨਹੀਂ ਹੋ ਰਹੇ, ਉਹ ਇੱਕਦਮ ਮਤਲਬ ਕੋਈ ਨਾ ਕੋਈ ਆਪਣਾ ਸ਼ਸਤਰ ਚੱਕ ਲੈਂਦਾ ਉਸ ਹਿਸਾਬ ਦੇ ਨਾਲ। ਸੋ ਉਹ ਇੱਕ ਕਿਸਮ ਦੀ ਲੜਾਈ ਉਹ ਚੱਲ ਰਹੀ ਹੁੰਦੀ ਹੈ ਅੰਦਰ ਹਮੇਸ਼ਾ ਹੀ। ਦਰਬਾਰ ਦੀ ਇਹ ਨੇਚਰ ਹੈ। ਸੋ ਇਹ ਸਾਰਾ ਕੁਝ ਤਾਂ ਕਦੇ ਵੀ ਨਹੀਂ ਠੀਕ ਹੋਣਾ, ਪਰ ਜਦੋਂ ਕ੍ਰਾਈਸਿਸ ਵੱਧਦਾ ਹੈ, ਹੁਣ ਤਾਂ ਸੰਕਟ ਵੱਧ ਰਿਹਾ ਨਾ, ਸੰਕਟ ਵੱਧ ਰਿਹਾ ਹੈ ਕਿ ਕਾਰਪੋਰੇਟ ਹਾਊਸ ਨੇ ਜਿਹੜੇ ਉਹ ਮੰਗ ਰਹੇ ਨੇ ਕਿ ਸਾਨੂੰ ਸਾਡੀ ਫਲੈਸ਼ ਦਾ ਹਿੱਸਾ ਦਿਓ, ਅਸੀਂ ਲੋਕਾਂ ਦਾ ਲਹੂ ਪੀਣਾ ਚਾਹੁੰਦੇ ਹਾਂ, ਸਾਨੂੰ ਮੌਕਾ ਦਿਓ, ਤੁਸੀਂ ਇਹ ਤੁਹਾਡੇ ਨਾਲ ਵਾਅਦਾ ਕਰਿਆ ਸੀ ਤਾਂ ਪੈਸੇ ਦਿੱਤੇ ਸੀ ਇਲੈਕਸ਼ਨਾਂ 'ਚ, ਹੋਰ ਕੀ ਹੁੰਦਾ। ਸੋ ਉਹ ਮੰਗ ਰਹੇ ਨੇ। ਸਰਕਾਰ ਹੈ ਜਿਹੜੀ, ਉਹ ਲੋਕ ਨੇ ਜਿਹੜੇ ਬੇਚੈਨ ਹੋ ਰਹੇ ਨੇ, ਉਹਨਾਂ ਕੋਲੋਂ ਖੋਹ ਕੇ ਉਹਨਾਂ ਨੂੰ ਕਿਵੇਂ ਦੇ ਦੇਣ, ਉਹ ਦੇ ਹੀ ਰਹੇ ਨੇ। ਆ ਬਿਜਲੀ ਵਾਲਾ ਕੰਮ ਹੋਰ ਕੀ ਹੋਣਾ। ਇਹ ਕਹਿਣ ਨੂੰ ਜੋ ਮਰਜ਼ੀ ਇਹਦੇ ਉੱਪਰ ਪਰਦਾ ਪਾਈ ਜਾਣ ਜੀ, ਇਹ ਕਿਸਾਨ ਵਿਰੋਧੀ ਨਹੀਂ, ਇਹ ਫਲਾਣਾ ਨਹੀਂ। ਸਟੇਟ ਅਤੇ ਸੈਂਟਰ ਦਾ ਸਬਜੈਕਟ ਹੈ। ਤੁਸੀਂ ਸਟੇਟਾਂ ਨੂੰ ਬਿਨਾਂ ਪੁੱਛੇ ਇਸ ਤਰ੍ਹਾਂ ਕਰ ਰਹੇ ਹੋ ਜਿਵੇਂ ਤੁਹਾਡੇ ਕੰਨ ਦੇ ਉੱਪਰ ਕਿਸੇ ਨੇ ਮਤਲਬ ਪਿਸਤੌਲ ਰੱਖਿਆ ਹੋਵੇ। ਕੌਣ ਕਰਵਾ ਰਿਹਾ ਇਹ ਫੈਸਲੇ? ਜੇ ਲੋਕ ਨਹੀਂ ਕਰਾ ਰਹੇ, ਤੁਸੀਂ ਆਪਣੀ ਪਾਰਟੀ ਦਾ ਆਪਣਾ ਪਾਰਲੀਮੈਂਟਰੀ ਬੋਰਡ ਨਹੀਂ ਤੁਸੀਂ ਸੱਦਿਆ, ਕਿਸੇ ਨੂੰ ਪੁੱਛਿਆ? ਜਿਹੜੇ ਫੈਸਲੇ ਇੱਦਾਂ ਪ੍ਰੈਸ਼ਰ ਨਾਲ ਹੋ ਰਹੇ ਨੇ, ਇਹਦਾ ਮਤਲਬ ਪ੍ਰੈਸ਼ਰ ਬਹੁਤ ਵੱਡਾ ਹੈ ਪਿੱਛੇ। ਅੱਛਾ, ਉਹ ਹੁਣ ਜਿਹੜੀਆਂ ਪ੍ਰੈਸ਼ਰ ਪਾਉਣ ਵਾਲੀਆਂ ਸ਼ਕਤੀਆਂ ਨੇ, ਇਹ ਹੁਣ ਪਤਾ ਨਹੀਂ ਵੀ ਉਹਨਾਂ ਦੀ ਮਨਸ਼ਾ ਕੀ ਹੈ। ਉਹ ਤਾਂ ਬੜਾ ਗੁੰਝਲਦਾਰ ਕੰਮ ਹੁੰਦਾ ਹੈ। ਪਰ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਫੈਸਲੇ ਹੋ ਰਹੇ ਨੇ, ਜਿਸ ਤਰੀਕੇ ਦੇ ਨਾਲ ਕਾਹਲੀ ਕੀਤੀ ਜਾ ਰਹੀ ਹੈ, ਇਹਦਾ ਮਤਲਬ ਸਾਰਾ ਕੁਝ ਠੀਕ ਠਾਕ ਤਾਂ ਨਹੀਂ ਹੈ। ਇਹ ਤਾਂ ਬਿਲਕੁਲ ਕਲੀਅਰ ਗੱਲ ਹੈ। ਡਾਕਟਰ ਸਾਹਿਬ, ਆਖਰੀ ਸਵਾਲ ਹੈ, ਜੇ ਸਭ ਕੁਛ ਇੱਦਾਂ ਹੀ ਚੱਲਦਾ ਰਿਹਾ, ਦੇਸ਼ ਦੇ ਕੀ ਹਾਲਾਤ ਹੋਣਗੇ? ਦੇਸ਼ ਦੇ ਹਾਲਾਤ ਦੇਖੋ, ਮਾੜੇ ਪਾਸੇ ਨੂੰ ਤਾਂ ਦੇਸ਼ ਜਾ ਹੀ ਰਿਹਾ, ਇਹ 'ਚ ਤਾਂ ਕੋਈ ਰੌਲਾ ਨਹੀਂ ਹੈ। ਆਪਾਂ ਦੇਖੋ 75ਵੀਂ ਮਨਾਉਣ ਜਾ ਰਹੇ ਹਾਂ ਆਜ਼ਾਦੀ ਦਿਵਸ। ਜੇ ਅਸੀਂ 75 ਸਾਲਾਂ ਦਾ ਗਿਣੀਏ, ਇੱਕੋ ਹੀ ਮੀਟਰ ਹੁੰਦਾ ਮਿਣਨ ਦਾ ਕਿ ਜਿਹੜੇ ਮਨੁੱਖਾਂ ਦਾ, ਲੀਡਰਾਂ ਦਾ, ਜਾਂ ਸਾਡੇ ਜਿਹੜੇ ਪਤਵੰਤੇ ਨੇ, ਉਹਨਾਂ ਦਾ ਕਿਰਦਾਰ ਹੈ ਜਿਹੜਾ ਪਹਿਲਾਂ ਨਾਲੋਂ ਵਧੀਆ ਹੋਇਆ ਕਿ ਮਾੜਾ ਹੋਇਆ। ਜੇ ਅੱਜ ਵੀ ਤੁਸੀਂ ਅੰਗਰੇਜ਼ਾਂ ਨਾਲ ਵੀ ਕੰਪੇਅਰ ਕਰ ਲਓ, ਅੰਗਰੇਜ਼ ਅਫਸਰ, ਬਗਾਨੇ ਅਫਸਰ ਇੱਥੇ ਰਾਜ ਕਰਨ ਆਏ ਹੋਏ ਸੀਗੇ, ਲੁੱਟਣ ਆਏ ਹੋਏ ਸੀ, ਸਾਨੂੰ ਪਤਾ ਹੈ ਗੱਲ ਦਾ। ਇੰਨੇ ਕਰਪਟ ਨਹੀਂ ਸੀ। ਜਿਹੜੀ ਗੱਲ ਕਹਿੰਦੇ ਸੀ ਉਨੀ ਕਰਦੇ ਵੀ ਸੀ।
ਅੱਜ ਵੀ ਤੁਹਾਨੂੰ ਪੁਰਾਣੇ ਬਜ਼ੁਰਗ ਨੇ ਜਿਹੜੇ ਉਹਨਾਂ 'ਚ ਅੰਗਰੇਜ਼ਾਂ ਨੂੰ ਉਹਦੀ ਇਹ ਗੱਲ ਨੂੰ ਮੰਨਣ ਵਾਲੇ ਤੁਹਾਨੂੰ ਮਿਲ ਜਾਣਗੇ ਕਿ ਉਹਨਾਂ ਦਾ ਰਾਜ ਹੈ ਜਿਹੜਾ ਆਪਣੇ ਆਪ ਦੇ ਵਿੱਚ ਕੋਈ ਰਾਜ ਸੀਗਾ ਉਹ। ਸੋ ਸਾਡੇ ਦਿਨੋਂ ਦਿਨ ਇਹ ਥੱਲੇ ਜਾ ਰਿਹਾ ਤਾਂ ਇਹਦਾ ਫਿਰ ਮਾੜੇ ਸਿੱਟੇ ਹੀ ਨਿਕਲਣਗੇ, ਇਹਦਾ ਚੰਗਾ ਤਾਂ ਨਿਕਲਣਾ ਨਹੀਂ। ਯੂਥ ਸਾਡਾ ਦੇਖੋ ਨਾ ਬੇਰੁਜ਼ਗਾਰ ਸੜਕਾਂ 'ਤੇ ਤੁਰਿਆ ਫਿਰਦਾ। ਫੌਜ ਦੇ ਵਿੱਚੋਂ ਭਰਤੀ ਹੋ ਜਾਂਦੇ ਹੁੰਦੇ ਸੀ ਅਸੀਂ, ਉਹ ਮੌਕਾ ਉਹਨਾਂ ਦਾ ਖੋਹ ਲਿਆ। ਔਰ ਮੌਕਾ ਖੋਹਣ 'ਤੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮਤਲਬ ਅੱਗਾਂ ਲਾਈਆਂ, ਜਿਸ ਤਰੀਕੇ ਨਾਲ ਕਮਲ ਕੁੱਟਿਆ ਮੈਂ ਕਹਿੰਦਾ, ਪਰ ਕਿਉਂਕਿ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਸੀ ਉਹਨਾਂ ਦੇ ਸਾਹਮਣੇ। ਅਜੇ ਜ਼ਿੰਦਗੀ ਪਈ ਹੈ ਕਿ ਉਹਨਾਂ ਨੇ 50 60 ਸਾਲ ਕੱਢਣੇ ਨੇ। ਉਹ ਕਿਸ ਤਰ੍ਹਾਂ ਕੱਢਣਗੇ? ਉਹ ਕੋਈ ਉਹਨਾਂ ਨੂੰ ਦਿਖਦਾ ਕੋਈ ਸੁਪਨਾ? ਅਸੀਂ ਲਿਖੀ ਜੀ ਇਹਨੂੰ ਲੱਖ ਕਹੀ ਜਾਈਏ ਅਸੀਂ ਜੀ ਅੰਮ੍ਰਿਤ ਕਾਲ ਹੈ ਇਹ ਸਾਡਾ, ਉਹਨਾਂ ਲਈ ਤਾਂ ਇਹ ਅੰਮ੍ਰਿਤ ਕਾਲ ਦੇ ਤਾਂ ਵਿਸ਼ ਕਾਲ ਹੋਇਆ ਪਿਆ। ਮਤਲਬ ਇੰਨੀਆਂ ਨੌਕਰੀਆਂ ਦਿਨੋਂ ਦਿਨ ਜਾ ਰਹੀਆਂ ਨੇ, ਗਰੀਬੀ ਦੀ ਰੇਖਾ ਤੋਂ ਲੋਕ ਥੱਲੇ ਜਾ ਰਹੇ ਨੇ। ਔਰ ਕੋਈ ਸੰਸਥਾ ਜਿਹੜੀ ਕੋਈ ਵੀ ਕ੍ਰੈਡੀਬਿਲਿਟੀ ਵਾਲੀ ਨਹੀਂ ਰਹੀ। ਲੀਡਰ ਨੇ ਜਿਹੜੇ ਉਹ ਅੱਜ ਕੁਛ ਕਹਿੰਦੇ ਨੇ, ਕੱਲ੍ਹ ਨੂੰ ਕੁਛ ਕਹਿੰਦੇ ਨੇ। ਮਤਲਬ ਇਹ ਸਮਾਂ ਜਿਹੜਾ ਮਤਲਬ ਇਹ ਆਪਣੇ ਆਪ ਦੇ ਵਿੱਚ ਬਹੁਤ ਮਾੜੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ ਇਹਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਲਈ, ਧੰਨਵਾਦ ਤੁਹਾਡਾ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਤੋਂ ਅਸੀਂ ਬਿਜਲੀ ਸੋਧ ਬਿੱਲ ਤੇ ਸਰਕਾਰ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹਦੇ 'ਤੇ ਗੱਲਬਾਤ ਕੀਤੀ। ਕਿਉਂਕਿ ਬਿਜਲੀ ਸੋਧ ਬਿੱਲ ਕਿਸਾਨ ਜਥੇਬੰਦੀਆਂ ਦਾ ਕਹਿਣਾ, ਹੋਰ ਤਮਾਮ ਲੋਕਾਂ ਦਾ ਕਹਿਣਾ ਕਿ ਸਰਕਾਰ ਦੀ ਵਾਅਦਾ ਖਿਲਾਫੀ ਹੈ। ਜਿਸ ਗੱਲ ਉੱਤੇ ਸਰਕਾਰ ਨੇ ਵਾਅਦਾ ਕੀਤਾ ਸੀ, ਸਰਕਾਰ ਉਸ ਗੱਲ ਉੱਤੇ ਨਹੀਂ ਖੜੀ। ਆਉਣ ਵਾਲੇ ਦਿਨਾਂ ਦੇ ਵਿੱਚ ਆਹ ਬਿਜਲੀ ਸੋਧ ਜੋ ਬਿੱਲ ਹੈ ਜੋ ਪੇਸ਼ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ, ਹੋ ਸਕਦਾ ਇਹਨੂੰ ਲੈ ਕੇ ਵੱਡੇ ਪੱਧਰ ਉੱਤੇ 3 ਖੇਤੀ ਕਾਨੂੰਨਾਂ ਦੀ ਤਰਜ਼ ਦੇ ਉੱਤੇ ਕੋਈ ਅੰਦੋਲਨ ਜਾਂ ਸੰਘਰਸ਼ ਹੋਵੇ। ਜੋ ਸਾਡੇ ਕੋਲ ਅਪਡੇਟ ਹੋ ਕੇ ਲਗਾਤਾਰ ਅਸੀਂ ਤੁਹਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਾਂਝੇ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ 'ਤੇ। ਧੰਨਵਾਦ।